मैं संदीप हंस डिप्टी कमिश्नर मोगा एक बारी फिर फेसबुक लाइव ਤੇ ਤੁਹਾਡੇ रूबरू हो रहा ਹਾਂ। ਅੱਜ ਅਸੀਂ ਜਿਹੜਾ ਇੱਕ ਵਿਸ਼ਾ ਤੁਹਾਡੇ ਨਾਲ ਜਿਹੜੀਆਂ ਗੱਲਾਂ ਕੁਝ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ ਉਹ ਵਾਤਾਵਰਣ ਨੂੰ ਲੈ ਕੇ ਹੈ, এনवायरमेंट ਨੂੰ ਲੈ ਕੇ ਹੈ। এনवायरमेंट ਦੀ ਜੇ ਆਪਾਂ ਗੱਲ ਕਰੀਏ ਔਰ ਵੇਸਟ ਦੀ ਗੱਲ ਕਰੀਏ ਤੇ ਬੜਾ ਹੀ ਇੱਕ ਭਖਦਾ ਹੋਇਆ ਵਿਸ਼ਾ ਹੈ। ਜਿਵੇਂ ਜਿਵੇਂ ਆਪਣੀ ਇਸ ਦੇਸ਼ ਦੀ ਜਨਸੰਖਿਆ ਵੱਧਦੀ ਜਾ ਰਹੀ ਹੈ ਔਰ ਸਿਸਟਮ ਵਿੱਚ ਜਿਹੜੇ ਆਪਾਂ ਦੇਖਦੇ ਹਾਂ ਕਿ ਸਿਸਟਮ ਵਿੱਚ ਇੰਨੀ ਕਮਰਸ਼ਲਾਈਜੇਸ਼ਨ ਹੋ ਰਹੀ ਹੈ ਤੇ ਉਹਦੇ ਹੋਣ ਨਾਲ ਇੰਨਾ ਜ਼ਿਆਦਾ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਕਿ ਜਿਹਦਾ ਕੋਈ ਹਿਸਾਬ ਨਹੀਂ ਹੈ। ਸੋ ਇਸ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਵਾਸਤੇ ਸੁਪਰੀਮ ਕੋਰਟ ਆਫ ਇੰਡੀਆ, ਨੈਸ਼ਨਲ ਗ੍ਰੀਨ ਟ੍ਰਾਈਬਿਊਨਲ, ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਪੰਜਾਬ ਸਰਕਾਰ, ਭਾਰਤ ਸਰਕਾਰ, ਇਹ ਸਭ ਦਾ ਬੜਾ ਉਹਨਾਂ ਲਈ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਅਤੇ ਭਾਰਤ ਸਰਕਾਰ ਨੇ ਇਸ ਸਫਾਈ ਅਭਿਆਨ ਨੂੰ ਅੱਗੇ ਚਲਾਉਣ ਵਾਸਤੇ ਇੱਕ ਸਵੱਛ ਭਾਰਤ ਅਭਿਆਨ ਜਿਹੜਾ ਹੈ ਉਹ 2016 ਵਿੱਚ ਲਾਂਚ ਕੀਤਾ ਗਿਆ ਸੀਗਾ, 2015 ਵਿੱਚ ਲਾਂਚ ਕੀਤਾ ਗਿਆ ਸੀਗਾ, ਜਿਹਨੂੰ ਲੈ ਕੇ ਸ਼ਹਿਰੀ ਹੀ ਨਹੀਂ ਬਲਕਿ ਜਿਹੜੇ ਗ੍ਰਾਮੀਣ ਖੇਤਰ ਹੈ ਉੱਥੇ ਵੀ ਇਹ ਬਹੁਤ ਜ਼ੋਰਾਂ ਸ਼ੋਰਾਂ ਨਾਲ ਇਹ ਸਕੀਮ ਚਲਾਈ ਜਾ ਰਹੀ ਹੈ। ਸੋ ਇਹਦੇ ਵਿੱਚ ਜੇ ਆਪਾਂ ਮੇਨਲੀ ਜੇ ਗੱਲ ਕਰੀਏ ਆਪਾਂ ਸੋਲਿਡ ਵੇਸਟ ਦੀ, ਸੋ ਵੇਸਟ ਜੇ ਹੈ ਉਹ ਦੋ ਤਰ੍ਹਾਂ ਦਾ ਹੁੰਦਾ ਹੈ, ਸੋਲਿਡ ਹੁੰਦਾ ਹੈ, ਲਿਕੁਇਡ ਹੁੰਦਾ ਹੈ, ਅਤੇ ਤੀਸਰਾ ਜਿਹੜਾ ਹੈ ਉਹ ਬਾਇਓਮੈਡੀਕਲ ਵੇਸਟ ਜਾਂ ਟੌਕਸਿਕ ਵੇਸਟ ਜਿਹਨੂੰ ਆਪਾਂ ਕਹਿੰਦੇ ਹਾਂ। ਸੋ ਜੇ ਸੋਲਿਡ ਵੇਸਟ ਦੀ ਆਪਾਂ ਗੱਲ ਕਰੀਏ ਤੇ ਵੱਖ-ਵੱਖ ਕਾਰਪੋਰੇਸ਼ਨਾਂ, ਮਿਊਨਿਸਪਲ ਕਮੇਟੀਆਂ ਔਰ ਨਗਰ ਪੰਚਾਇਤਾਂ, ਉਹਨਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਘਰਾਂ 'ਚੋਂ ਜਿਹੜੀ ਹੈ ਇੱਕ ਤਾਂ ਡੋਰ ਟੂ ਡੋਰ ਕਲੈਕਸ਼ਨ ਕਰਾਈ ਜਾਵੇ। ਡੋਰ ਟੂ ਡੋਰ ਕਲੈਕਸ਼ਨ ਜਦੋਂ ਕਰਨੀ ਹੈ ਤਾਂ ਜਿਹੜੀ ਸੈਗਰੀਗੇਸ਼ਨ ਹੈ ਗਿੱਲੇ ਔਰ ਸੁੱਕੇ ਕੂੜੇ ਦੀ ਉਹ ਐਟ ਸੋਰਸ ਹੋਣੀ ਚਾਹੀਦੀ ਹੈ। ਇਹ ਸਾਰਾ ਇਹ ਕਰਨ ਦਾ ਜਿਹੜਾ ਮੁੱਖ ਮੰਤਵ ਇਹ ਹੈ ਕਿ ਜਦੋਂ ਆਪਾਂ ਗਿੱਲਾ ਕੂੜਾ ਵੱਖਰਾ ਕਰ ਲੈਂਦੇ ਹਾਂ ਤਾਂ ਗਿੱਲੇ ਕੂੜੇ ਨੂੰ ਆਪਾਂ ਕੰਪੋਸਟ ਪਿਟਾਂ ਵਿੱਚ ਪਾ ਕੇ ਉੱਥੇ ਆਪਾਂ ਉਹਦੀ ਕੰਪੋਸਟਿੰਗ ਕਰ ਸਕਦੇ ਹਾਂ, ਉਹਦੀ ਮੈਨਿਓਰ ਬਣਾ ਸਕਦੇ ਹਾਂ। ਸੋ ਉਹਦੇ ਨਾਲ ਇਹ ਹੈ ਕਿ ਜਿਹੜੀਆਂ ਸਾਡੀਆਂ ਅਰਬਨ ਲੋਕਲ ਬਾਡੀਜ਼ ਹੈ, ਕਾਰਪੋਰੇਸ਼ਨ ਦਾ ਜਿਹੜਾ ਸਟਾਫ ਹੁੰਦਾ, ਜਿਹੜਾ ਕਮੇਟੀਆਂ ਦਾ ਸਟਾਫ ਹੈ, ਸਫਾਈ ਕਰਮਚਾਰੀ ਹੈ, ਉਹ ਜੇਕਰ ਕੰਪੋਸਟਿੰਗ ਹੋਣ ਲੱਗ ਪਊਗੀ ਅਤੇ ਥਾਂ ਥਾਂ 'ਤੇ ਜਿਹੜਾ ਕੂੜਾ ਹੈਗਾ ਉਹ ਵਿਖਰੂਗਾ ਨਹੀਂ, ਉਹ ਖਿਲਰੇਗਾ ਨਹੀਂ ਔਰ ਉਹਦੇ ਨਾਲ ਬਹੁਤ ਜਿਹੜੀ ਬਿਮਾਰੀਆਂ, ਮੱਖੀ, ਮੱਛਰ ਔਰ ਬਦਬੂ ਜਿਹੜੀ ਫੈਲਦੀ ਹੈਗੀ ਉਹ ਨਹੀਂ ਫੈਲੇਗੀ ਜੇ ਇਹ ਸੈਗਰੀਗੇਟਡ ਫਾਰਮ 'ਚ ਆਏਗਾ ਔਰ ਗਿੱਲਾ ਕੂੜਾ ਸਿੱਧਾ ਕੰਪੋਸਟ ਪਿਟਾਂ 'ਚ ਪਹੁੰਚ ਜਾਏਗਾ। ਸੋ ਜਿਹੜਾ ਸੁੱਕਾ ਕੂੜਾ ਹੁੰਦਾ ਹੈ, ਡਰਾਈ ਵੇਸਟ ਹੈ, ਉਹਦੇ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਰੀਯੂਜ਼ੇਬਲ ਹੁੰਦੀਆਂ, ਕੋਈ ਰੀਸੇਲੇਬਲ ਹੁੰਦੀਆਂ ਹੈਗੀਆਂ, ਜਿਵੇਂ ਖਾਲੀ ਬੋਤਲਾਂ ਹੁੰਦੀਆਂ, ਪਲਾਸਟਿਕ ਦੀਆਂ ਬੋਤਲਾਂ ਹੁੰਦੀਆਂ ਅਤੇ ਹੋਰ ਇਹੋ ਜਿਹੀਆਂ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਰੀਯੂਜ਼ ਵੀ ਹੋ ਸਕਦੀਆਂ ਹੈਗੀਆਂ ਔਰ ਰੀਸੇਲ ਵੀ ਹੋ ਜਾਂਦੀਆਂ ਹੈਗੀਆਂ। ਸੋ ਸੁੱਕਾ ਕੂੜਾ ਜਿਹੜਾ ਹੈਗਾ ਉਹਨੂੰ ਸੰਭਾਲਣ ਵਿੱਚ ਜਾਂ ਉਹਨੂੰ ਡਿਸਪੋਜ਼ ਆਫ ਕਰਨ ਵਿੱਚ ਜਿਹੜੀ ਹੈ ਆਪਾਂ ਨੂੰ ਇੰਨੀ ਪ੍ਰੋਬਲਮ ਨਹੀਂ ਆਉਂਦੀ ਹੈਗੀ। ਉਹਦੇ ਵਿੱਚੋਂ ਜਿਹੜੇ ਆਪਣੇ ਵੇਸਟ ਕਲੈਕਟਰਸ ਹੁੰਦੇ ਹੈਗੇ ਜਾਂ ਰੈਗ ਪਿਕਰਸ ਹੁੰਦੇ ਹੈਗੇ ਜਾਂ ਜਿਹੜੇ ਕਬਾੜ ਦਾ ਕੰਮ ਕਰਦੇ ਹੈਗੇ, ਉਹ ਸੁੱਕਾ ਕੂੜਾ ਜਿਹੜਾ ਹੈ ਉਹ 'ਚੋਂ ਆਪਣੇ ਮਤਲਬ ਦੀ ਚੀਜ਼ਾਂ ਕੱਢ ਕੇ ਅਤੇ ਇਹਨੂੰ ਕਰ ਦਿੰਦਾ ਹੈ। ਬਾਕੀ ਦਾ ਜੋ ਵੀ ਬਚਦਾ ਹੈਗਾ ਉਹ ਆਪਣਾ ਡੰਪਿੰਗ ਸਾਈਟ 'ਤੇ ਚਲੀ ਜਾਂਦੀ ਹੈਗੀ। ਸੋ ਇਹ ਤਾਂ ਹੈ ਗੱਲ ਸੁੱਕੇ ਕੂੜੇ ਦੀ। ਇਸ ਤੋਂ ਬਾਅਦ ਜਿਹੜਾ ਆ ਜਾਂਦਾ ਹੈਗਾ ਉਹ ਵੈਟ ਵੇਸਟ ਦੀ ਆ ਜਾਂਦੀ ਹੈ। ਵੈਟ ਵੇਸਟ ਦੇ ਵਿੱਚ ਜਿਹੜਾ ਗਿੱਲਾ ਕੂੜਾ, ਜਿਹੜਾ ਕਿਚਨ ਵੇਸਟ ਹੋ ਗਿਆ ਆਪਣਾ, ਜਾਂ ਜਿਹੜਾ ਗਾਰਡਨ ਵੇਸਟ ਜਿਹਨੂੰ ਆਪਾਂ ਕਹਿੰਦੇ ਹਾਂ, ਸੋ ਇਹਦੀ ਕੰਪੋਸਟਿੰਗ ਬਹੁਤ ਅੱਛੇ ਢੰਗ ਨਾਲ ਹੋ ਜਾਂਦੀ ਹੈ। ਇਹ ਜਦੋਂ ਇਹਦੀ ਕੰਪੋਸਟਿੰਗ ਹੋ ਜਾਂਦੀ ਹੈ ਤਾਂ ਬਹੁਤ ਵਧੀਆ ਕੁਆਲਿਟੀ ਦੀ ਮੈਨਿਓਰ ਤਿਆਰ ਹੋ ਜਾਂਦੀ ਹੈ, ਜਿਹੜੀ ਕਿ ਆਪਾਂ ਆਪਣੇ ਘਰਾਂ ਵਿੱਚ, ਗਾਰਡਨ ਵਿੱਚ, ਗਮਲਿਆਂ ਵਿੱਚ ਜਾਂ ਹੋਰ ਜਿੱਥੇ ਕਿਤੇ ਆਪਣੇ ਕਿਚਨ ਗਾਰਡਨਸ ਹੈ ਜਾਂ ਖੇਤੀ ਵਿੱਚ ਇਹ ਕੰਪੋਸਟ ਜਿਹੜੀ ਹੈ ਇਹ ਬੜੀ ਲਾਹੇਵੰਦ ਸਾਬਤ ਹੁੰਦੀ ਹੈ। ਸੋ ਤੁਸੀਂ ਅੰਦਾਜ਼ਾ ਲਗਾਓ ਕਿ ਜੇਕਰ ਇਸ ਪੂਰੇ ਕੂੜੇ ਦੇ ਡੰਪ ਵਿੱਚੋਂ ਜੇ ਆਪਾਂ ਗਿੱਲਾ ਕੂੜਾ ਪਹਿਲਾਂ ਹੀ ਸੈਗਰੀਗੇਟ ਕਰ ਲੈਂਦੇ ਹਾਂ ਅਤੇ ਉਹਦਾ ਵੋਲੀਊਮ ਕਿੰਨਾ ਘੱਟ ਜਾਂਦਾ ਹੈਗਾ, ਉਹਦੀ ਹੈਂਡਲਿੰਗ ਕਿੰਨੀ ਆਸਾਨ ਹੋ ਜਾਂਦੀ ਹੈਗੀ, ਅਤੇ ਉਹ ਦੇਖੋ ਉਹਦੀ ਪ੍ਰੋਸੈਸਿੰਗ ਕਰਕੇ ਆਪਾਂ ਉਸ ਕੂੜਾ ਜਿਹੜਾ ਜਿੱਥੇ ਕਿ ਸਟਰੇ ਐਨੀਮਲਸ ਜਿਹੜੇ ਅਵਾਰਾ ਪਸ਼ੂ ਨੇ ਉੱਥੇ ਮੂੰਹ ਮਾਰਦੇ ਨੇ, ਬਿਮਾਰੀਆਂ ਦਾ ਕਾਰਨ ਬਣਦਾ ਹੈਗਾ, ਉਹ ਆਪਾਂ ਉਹਨੂੰ ਬੜੇ ਵਧੀਆ ਤਰੀਕੇ ਨਾਲ ਜਿਹੜੀ ਹੈ
ਉਹਦੀ ਆਪਾਂ ਮੈਨਿਓਰ ਖਾਦ ਜਿਹੜੀ ਹੈ ਉਹ ਤਿਆਰ ਕਰ ਲੈਂਦੇ ਹਾਂ। ਸੋ ਇਹ ਤੇ ਗੱਲ ਹੋ ਗਈ ਸੁੱਕੇ ਔਰ ਗਿੱਲੇ ਕੂੜੇ ਦੀ। ਇਹਦੇ ਵਿੱਚ ਇੱਕ ਚੀਜ਼ ਜਿਹੜੀ ਕਿ ਬਹੁਤ ਇੰਪੋਰਟੈਂਟ ਹੈ, ਕਈ ਆਪਣੇ ਸ਼ਹਿਰ ਵਿੱਚ ਬਲਕ ਵੇਸਟ ਜਨਰੇਟਰ ਹੁੰਦੇ ਹੈ ਜਿੱਥੇ ਬਹੁਤ ਵੱਡੀ ਮਾਤਰਾ ਵਿੱਚ ਕੂੜਾ ਜਨਰੇਟ ਹੁੰਦਾ ਹੈ। ਜਿਵੇਂ ਜੇ ਮੈਂ ਉਦਾਹਰਨ ਦਿਆਂ ਤੇ ਆਪਣੇ ਮੈਰਿਜ ਪੈਲੇਸਿਸ ਨੇ, ਜਾਂ ਆਪਣੀ ਫੈਕਟਰੀਜ਼ ਨੇ, ਜਾਂ ਆਪਣੀ ਜਿਹੜੀ ਸਭ ਤੋਂ ਵੱਡੀ ਫੈਕਟਰੀ ਮੋਗੇ ਦੀ ਨੈਸਲੇ ਹੈ। ਸੋ ਉੱਥੇ ਵੀ ਜਿਹੜਾ ਸੁੱਕਾ ਕੂੜਾ, ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਹੈ, ਉਹ ਵੀ ਬੜੀ ਜ਼ਰੂਰੀ ਹੈ। ਗਾਈਡਲਾਈਨਸ ਇਹ ਕਹਿੰਦੀਆਂ ਹੈਗੀਆਂ ਕਿ ਜਿਹੜੇ ਬਲਕ ਵੇਸਟ ਜਨਰੇਟਰਸ ਹੈ ਉਹ ਕੰਪੋਸਟਿੰਗ ਐਟ ਸੋਰਸ ਕਰਨ, ਆਪਣੇ ਗਿੱਲੇ ਕੂੜੇ ਨੂੰ ਉੱਥੇ ਹੀ ਆਪਣੇ ਪ੍ਰਮਾਈਸਿਸ ਵਿੱਚ, ਆਪਣੇ ਅਹਾਤੇ ਵਿੱਚ ਉੱਥੇ ਹੀ ਉਹਦੇ ਕੰਪੋਸਟ ਪਿੱਟਾਂ ਤਿਆਰ ਕਰਕੇ ਉੱਥੇ ਹੀ ਕੰਪੋਸਟਿੰਗ ਕਰਨ। ਇਹਦੇ ਨਾਲ ਇਹ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਜਿਹੜਾ ਹੈ ਉਹ ਬਹੁਤ ਅੱਛੇ ਢੰਗ ਨਾਲ ਹੋ ਜਾਂਦਾ ਹੈ। ਪਿੱਛੇ ਜੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇੱਕ ਮੋਨੀਟਰਿੰਗ ਕਮੇਟੀ ਪੰਜਾਬ ਵਾਸਤੇ ਉਹਦਾ ਗਠਨ ਕੀਤਾ ਹੈ, ਜਿਹਦੇ ਚੇਅਰਪਰਸਨ ਜਸਟਿਸ ਜਸਵੀਰ ਸਿੰਘ ਨੇ। ਸੋ ਮੋਗੇ ਜ਼ਿਲ੍ਹੇ ਵਾਸਤੇ, ਉਹਨਾਂ ਦੇ ਮੋਗੇ ਜ਼ਿਲ੍ਹੇ ਦੇ ਕੰਮਾਂ ਨੂੰ ਰਿਵਿਊ ਕਰਨ ਵਾਸਤੇ ਉਹਨਾਂ ਨੇ ਪਿਛਲੇ ਕੁਝ 5 ਨਵੰਬਰ ਨੂੰ ਇੱਥੇ ਇੱਕ ਰਿਵਿਊ ਮੀਟਿੰਗ ਕੀਤੀ, ਔਰ ਆਪਣੀਆਂ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਔਰ ਮੋਗੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਦੂਸਰੀਆਂ ਆਪਣੀਆਂ ਮਿਊਨਿਸਪਲ ਕਮੇਟੀਆਂ ਜਿਵੇਂ ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ, ਬਦਨੀ ਕਲਾਂ, ਧਰਮਕੋਟ, ਕੋਟੀ ਸੇਖਾਂ ਅਤੇ ਫਤਿਹਗੜ੍ਹ ਪੰਜਤੂਰ, ਇਹਨਾਂ ਦੇ ਕੰਮਕਾਜ ਦਾ ਉਹਨਾਂ ਨੇ ਰਿਵਿਊ ਕੀਤਾ। ਸੋ ਜੇ ਮੈਂ ਇਸ ਵੇਸਟ ਮੈਨੇਜਮੈਂਟ ਨੂੰ ਜੇ ਮੈਂ ਅੱਗੇ ਲੈ ਕੇ ਚੱਲਾਂ ਤੇ ਉਸ ਤੋਂ ਬਾਅਦ ਜੇ ਆਪਾਂ ਜਿਵੇਂ ਆਪਾਂ ਸੋਲਿਡ ਵੇਸਟ ਦੀ ਮੈਨੇਜਮੈਂਟ ਕਰਦੇ ਹੈਗੇ, ਉੱਦਾਂ ਆਪਾਂ ਜਿਹੜਾ ਪਲਾਸਟਿਕ ਵੇਸਟ ਹੈ ਇਹਨੂੰ ਵੀ ਆਪਾਂ ਨੂੰ ਮੈਨੇਜ ਕਰਨ ਦੀ ਲੋੜ ਹੈ। ਸੋ ਇਹਦਾ ਅੱਛਾ ਤਰੀਕਾ ਇਹ ਹੈ ਕਿ ਘਰਾਂ ਵਿੱਚ ਜਿਹੜੀਆਂ ਵੀ ਪਲਾਸਟਿਕ ਦੀਆਂ ਬੋਤਲਾਂ, ਪਲਾਸਟਿਕ ਦੀਆਂ ਸ਼ੀਸ਼ੀਆਂ ਹੁੰਦੀਆਂ, ਜਿਵੇਂ ਕੋਈ ਕਾਸਮੈਟਿਕ ਦੀ ਸ਼ੀਸ਼ੀ ਹੁੰਦੀ ਹੈਗੀ ਜਾਂ ਕੋਈ ਹੋਰ ਟਾਇਲਟਰੀਜ਼ ਦੀਆਂ ਸ਼ੀਸ਼ੀਆਂ ਹੁੰਦੀਆਂ, ਸੋ ਉਹ ਪਲਾਸਟਿਕ ਜਿਹੜਾ ਹੈਗਾ ਉਹਨੂੰ ਬਾਹਰ ਵਾਤਾਵਰਣ 'ਚ ਨਾ ਜਾਣ ਦਿਓ, ਪਲਾਸਟਿਕ ਨੂੰ ਇਕੱਠਾ ਕਰ ਲਓ। ਇਕੱਠਾ ਕਰਨ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਆਪਣੀ ਸ਼ਹਿਰ ਦੀ ਜਿਹੜੀ ਅਰਬਨ ਲੋਕਲ ਬਾਡੀ ਹੈ ਉਹਨੂੰ ਹੈਂਡਓਵਰ ਕਰ ਸਕਦੇ ਹੋ। ਪਿੰਡਾਂ ਵਿੱਚ ਵੀ ਯਤਨ ਕਰਨਾ ਚਾਹੀਦਾ ਕਿ ਪਲਾਸਟਿਕ ਇੱਕ ਥਾਂ 'ਤੇ ਇਕੱਠਾ ਕਰ ਲਿੱਤਾ ਜਾਵੇ। ਉਸ ਤੋਂ ਬਾਅਦ ਜੇ ਤੁਸੀਂ ਆਪਣੇ ਉਸ ਬਲਾਕ ਦੇ BDO ਸਾਹਿਬਾਨ ਦੇ ਨੋਟਿਸ 'ਚ ਲਿਆ ਦੋਗੇ ਤੇ ਉਥੋਂ ਉਹ ਪਿੰਡਾਂ 'ਚੋਂ ਇਹ ਪਲਾਸਟਿਕ ਇਕੱਠਾ ਕਰਕੇ ਤੇ ਜਿਹੜੀ ਵੀ ਸਭ ਤੋਂ ਨੇੜੇ ਦੀ ਜਿਹੜੀ ਕਮੇਟੀ ਹੈ ਜਾਂ ਕਾਰਪੋਰੇਸ਼ਨ ਹੈ ਉੱਥੇ ਲਿਆ ਕੇ ਇਕੱਠਾ ਨੂੰ ਇੱਕ ਥਾਂ 'ਤੇ ਆਪਾਂ ਡੰਪ ਕਰ ਸਕਦੇ ਹਾਂ। ਉਸ ਤੋਂ ਬਾਅਦ ਇਹਨੂੰ ਪਲਾਸਟਿਕ ਨੂੰ ਵੀ ਡਿਸਪੋਜ਼ ਕਰਨ ਦੇ ਬੜੇ ਤਰੀਕੇ ਹੈਗੇ। ਇੱਕ ਚੀਜ਼ ਜਿਹੜੀ ਆਪਣੇ ਜਦੋਂ ਆਪਾਂ ਸ਼ਹਿਰ ਵਿੱਚ ਜਾਂ ਹੋਰ ਕਸਬਿਆਂ ਵਿੱਚ, ਪਿੰਡਾਂ ਵਿੱਚ ਘੁੰਮਦੇ ਹਾਂ ਤੇ ਆਪਾਂ ਕਿਤੇ ਮਹਿਸੂਸ ਕਰਦੇ ਹਾਂ ਕਿ ਕਈ ਥਾਵਾਂ 'ਤੇ ਵਲਨਰੇਬਲ ਪੁਆਇੰਟਸ ਕਹਿੰਦੇ ਆ, ਸਰਕਾਰੀ ਜਗ੍ਹਾ ਹੁੰਦੀ ਹੈ ਜਾਂ ਕੋਈ ਖਾਲੀ ਪਲਾਟ ਹੁੰਦਾ ਹੈਗਾ, ਉਹਦੇ ਕੋਈ ਜਿਹੜੇ ਮਾਲਕ ਹੁੰਦੇ ਹੈ ਇੱਥੇ ਨਹੀਂ ਰਹਿ ਰਹੇ ਹੁੰਦੇ, ਕਿਤੇ ਬਾਹਰ ਵਿਦੇਸ਼ ਵਿੱਚ ਰਹਿ ਰਹੇ ਹੁੰਦੇ, ਤੇ ਉਹ ਉੱਥੇ ਕੂੜਾ ਲੋਕਾਂ ਦੀ ਇੱਕ ਹੈਬਿਟ ਬਣ ਜਾਂਦੀ ਹੈ ਕਿ ਇੱਥੇ ਕਿਸੇ ਨੇ ਇਤਰਾਜ਼ ਨਹੀਂ ਕਰਨਾ ਵੀ ਇੱਥੇ ਹੀ ਕੂੜਾ ਸਿੱਟਣਾ ਸ਼ੁਰੂ ਕਰ ਦਿਓ। ਉਹ ਫਿਰ ਵੇਖੋ ਵੇਖੀ ਸਾਰੇ ਉੱਥੇ ਹੀ ਕੂੜਾ ਸਿੱਟਣਾ ਸ਼ੁਰੂ ਕਰ ਦਿੰਦੇ ਤੇ ਉਹ ਇੱਕ ਗਾਰਬੇਜ ਵਲਨਰੇਬਲ ਪੁਆਇੰਟਸ ਬਣ ਜਾਂਦੇ ਆ। ਸੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਇਹ ਹਦਾਇਤਾਂ ਹਨ ਕਿ ਜਿੰਨੇ ਵੀ ਗਾਰਬੇਜ ਵਲਨਰੇਬਲ ਪੁਆਇੰਟਸ ਨੇ ਉਹ ਜਿਹੜੇ ਹੈ ਉਹ ਸਾਰੇ ਜਿਹੜੇ ਖਤਮ ਕੀਤੇ ਜਾਣ। ਉੱਥੋਂ ਜਿਹੜਾ ਕੂੜਾ ਪਿਆ ਹੈਗਾ ਉਹ ਕੂੜਾ ਉੱਥੋਂ ਰਿਮੂਵ ਕਰਾਇਆ ਜਾਵੇ ਤੇ ਉਸ ਥਾਂ ਨੂੰ ਜਿਹੜਾ ਸਾਫ਼ ਸੁਥਰਾ ਕੀਤਾ ਜਾਵੇ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਹ ਵੀ ਕਹਿੰਦਾ ਹੈ ਕਿ ਜਿਹੜੀਆਂ ਗੱਡੀਆਂ, ਜਿਹੜੇ ਟਰਾਲੀਆਂ ਜਾਂ ਜਿਹੜੇ ਟਰੱਕ ਹੈਗੇ ਜਿਹੜਾ ਕੂੜਾ ਚੱਕ ਕੇ ਤੇ ਗਾਰਬੇਜ ਡੰਪ 'ਤੇ ਸਿੱਟਦੀਆਂ ਹਨ, ਉਹਨਾਂ ਦੀ ਮੋਨੀਟਰਿੰਗ ਹੋਣੀ ਚਾਹੀਦੀ ਹੈਗੀ GPS ਰਾਹੀਂ। ਉਹਨਾਂ 'ਚ GPS ਫਿਟਡ ਹੋਣਾ ਚਾਹੀਦਾ ਹੈਗਾ ਤਾਂ ਕਿ ਗੱਡੀ ਜਦੋਂ ਵੀ ਉਹ ਮੂਵ ਕਰੇ ਤਾਂ ਉਹ ਸਾਡੀ ਆਬਜ਼ਰਵੇਸ਼ਨ ਹੇਠਾਂ ਹੋਵੇ, ਸਾਡੇ ਕੰਟਰੋਲ ਹੇਠਾਂ ਹੋਵੇ, ਆਪਾਂ ਨੂੰ ਪਤਾ ਹੋਵੇ ਕਿ ਇਹ ਗੱਡੀ ਹੁਣ ਕਿਹੜੇ ਰੂਟ 'ਤੇ ਜਾ ਰਹੀ ਹੈ ਤੇ ਇਹ ਕੂੜਾ ਇਕੱਠਾ ਕਰਕੇ ਡੰਪਿੰਗ ਗਰਾਊਂਡ 'ਤੇ ਸਿੱਟ ਕੇ ਆ ਰਹੀ ਹੈ, ਕੀ ਕਰ ਰਹੀ ਹੈਗੀ, ਕਿ ਉਵੇਂ ਤਾਂ ਨਹੀਂ ਕਿਤੇ ਬੇਵਜ੍ਹਾ ਘੁੰਮ ਰਹੀ ਗੱਡੀ। ਸੋ ਇਹਦੇ ਨਾਲ ਆਪਾਂ ਅਸੈਸਮੈਂਟ ਕਰ ਸਕਦੇ ਹਾਂ ਕਿ ਆਪਾਂ ਕਿੰਨਾ ਕੂੜਾ ਹੁਣ ਤਾਈਂ ਜਿਹੜਾ ਹੈਗਾ ਇਕੱਠਾ ਕਰਕੇ ਡੰਪਿੰਗ ਗਰਾਊਂਡ ਨੂੰ ਪਹੁੰਚਦਾ ਕੀਤਾ ਹੈਗਾ, ਔਰ ਇਹਦੇ ਨਾਲ ਜਿਹੜੇ ਆਪਣੇ ਪੈਟਰੋਲ, ਹੋਰ ਮੈਨ ਪਾਵਰ ਜਿਹੜੀ ਹੈ ਉਹਦੀ ਲਾਗਤ ਨੂੰ ਮੋਨੀਟਰ ਕਰਨ ਵਾਸਤੇ ਇਹ ਬਹੁਤ ਲਾਹੇਵੰਦ ਸਾਬਤ ਹੁੰਦਾ ਹੈ। ਇਸ ਤੋਂ ਇਲਾਵਾ ਗਾਈਡਲਾਈਨਸ ਇਹ ਵੀ ਕਹਿੰਦੀਆਂ ਹਨ ਕਿ ਕਮਰਸ਼ੀਅਲ ਏਰੀਆ, ਜਿਵੇਂ ਆਪਾਂ ਨੂੰ ਪਤਾ ਹੈਗਾ ਕਮਰਸ਼ੀਅਲ ਏਰੀਆ ਜਿਹੜੇ ਆਪਣੇ ਮਾਰਕੀਟ ਨੇ, ਬਾਜ਼ਾਰ ਨੇ, ਉੱਥੇ ਜਿੱਥੇ ਦੁਕਾਨਾਂ ਦਾ ਵੀ ਕਚਰਾ ਔਰ ਜਿਹੜੀਆਂ ਈਟਿੰਗ ਪਲੇਸਿਸ ਹੈਗੀਆਂ ਉਹਨਾਂ ਦਾ ਵੀ ਜਿਹੜਾ ਕੂੜਾ ਕਚਰਾ ਹੁੰਦਾ ਉਹ ਬਾਹਰ ਕਈ ਵਾਰੀ ਇਕੱਠਾ ਹੋ ਜਾਂਦਾ ਹੈ ਉੱਥੇ ਦੁਕਾਨਾਂ 'ਚ।
ਸੋ ਉਹ ਦੁਕਾਨਦਾਰ ਕਈ ਵਾਰੀ ਉਹਨਾਂ ਨੂੰ ਬਾਹਰ ਰੋਡ ਤੇ ਢੇਰੀ ਕਰ ਦਿੰਦੇ। ਸੋ ਜਿੰਨੀਆਂ ਵੀ ਆਪਣੀਆਂ ਅਰਬਨ ਲੋਕਲ ਬਾਡੀਜ਼ ਹੈ ਉਹਨਾਂ ਨੂੰ ਇਹ ਹਦਾਇਤ ਹੈ ਕਿ ਦਿਨ 'ਚ 2 ਵਾਰੀ ਜਿਹੜੀ ਹੈਗੀ ਕਮਰਸ਼ੀਅਲ ਏਰੀਆਜ਼ ਦੀ, ਈਵਨ ਰੈਜ਼ੀਡੈਂਸ਼ੀਅਲ ਏਰੀਆ ਜਿਹੜੇ ਹੈਗੇ ਪਬਲਿਕ ਪਲੇਸਿਸ ਹੈ ਉਹਨਾਂ ਦੀ ਦਿਨ 'ਚ 2 ਵਾਰੀ ਜਿਹੜੀ ਹੈ ਉਹਦੀ ਸਵੀਪਿੰਗ ਹੋਣੀ ਚਾਹੀਦੀ, ਸਫਾਈ ਹੋਣੀ ਚਾਹੀਦੀ, ਤਾਂ ਕਿ ਆਲਾ ਦੁਆਲਾ ਸਾਫ਼ ਰਹੇ। ਇਹ ਸਾਰੇ ਸਫਾਈ ਦੇ ਇਸ ਸਬਜੈਕਟ ਵਿੱਚ ਇੱਕ ਹੋਰ ਬੜੀ ਇੰਪੋਰਟੈਂਟ ਇੱਕ ਫੈਸਿਲਿਟੀ ਜਿਹੜੀ ਸਾਡੇ ਧਿਆਨ ਵਿੱਚ ਆਉਂਦੀ ਹੈਗੀ ਹੈ, ਉਹ ਹੈਗੀ ਹੈ ਜਿਹੜਾ ਆਪਣਾ ਗਾਰਬੇਜ ਡੰਪ ਹੁੰਦਾ, ਜਿੱਥੇ ਕੂੜੇ ਦੇ ਢੇਰ ਲੱਗੇ ਹੁੰਦੇ, ਪਹਾੜ ਬਣੇ ਹੁੰਦੇ, ਔਰ ਉਹ ਜਿੱਥੇ ਡੰਪ ਕਰ ਕਰਕੇ ਕੂੜਾ ਇੰਨੀ ਮਾਤਰਾ 'ਚ ਹੋ ਜਾਂਦਾ ਹੈ ਕਿ ਇੱਕ ਸਟੇਜ ਆ ਜਾਂਦੀ ਹੈ ਵੀ ਉਹ ਸਮਝ ਨਹੀਂ ਆਉਂਦਾ ਵੀ ਇਹਨੂੰ ਹੁਣ ਕਿਵੇਂ ਕਰੀਏ। ਸੋ ਇਹਨੂੰ ਇਹ ਲੈਗੇਸੀ ਵੇਸਟ ਕਹਾਂਦਾ ਹੈਗਾ। ਸੋ ਲੈਗੇਸੀ ਵੇਸਟ ਨੂੰ ਵੀ ਡਿਸਪੋਜ਼ ਆਫ ਕਰਨ ਦਾ ਇੱਕ ਤਰੀਕਾ ਹੈ, ਅਤੇ ਤਰੀਕਾ ਉਹਦਾ ਇਹ ਹੈ ਕਿ ਉਹਦੇ ਵਿੱਚ ਸਾਇੰਟੀਫਿਕ ਡਿਸਪੋਜ਼ਲ ਉਹਦਾ ਕਿ ਉਹਦੇ ਵਿੱਚ ਉਹ ਕੂੜੇ ਨੂੰ ਆਪਾਂ ਥੋੜ੍ਹਾ ਜਿਹਾ ਸੈਗਰੀਗੇਟ ਕਰਦੇ ਹਾਂ, ਉਹਦੇ ਵਿੱਚ ਵਿੰਡ ਰੋਜ਼ ਬਣਾ ਦਿੰਦੇ ਹੈਗੇ। ਉਹ ਜਦੋਂ ਆਪਾਂ ਉਹਦੇ ਵਿੱਚ ਰੋਜ਼ ਬਣਾ ਦਿੰਦੇ ਹੈਗੇ ਤਾਂ ਉਹਨਾਂ ਵਿੱਚੋਂ ਜਦੋਂ ਹਵਾ ਗੁਜ਼ਰਦੀ ਹੈ ਤਾਂ ਉਹ ਹੌਲੀ ਹੌਲੀ ਕੂੜਾ ਜਿਹੜਾ ਹੈਗਾ ਉਹ ਕਿਸੇ ਕਾਰਨ ਗਿੱਲਾ ਹੁੰਦਾ, ਉਹ ਹੌਲੀ ਹੌਲੀ ਸੁੱਕਣਾ ਸ਼ੁਰੂ ਹੋ ਜਾਂਦਾ। ਫਿਰ ਆਪਾਂ ਉਸ ਕੂੜੇ ਦੀ ਆਪਾਂ ਉਹਨੂੰ ਇੱਕ ਮਕੈਨੀਕਲ ਸਪਰੇਟਰ ਹੁੰਦਾ ਹੈ ਜਿਹੜਾ ਕਿ ਛਾਨਣੀ ਦੀ ਤਰ੍ਹਾਂ ਕੰਮ ਕਰਦਾ ਹੈਗਾ। ਉਹ ਜਦੋਂ ਆਪਾਂ JCB ਦੇ ਪੰਜੇ ਦੇ ਨਾਲ ਕੂੜਾ ਚੱਕ ਕੇ ਉਸ ਮਕੈਨੀਕਲ ਸਪਰੇਟਰ 'ਚ ਪਾਉਂਦੇ ਹਾਂ ਅਤੇ ਉਹ ਛਣ ਕੇ ਸਾਰਾ ਕੂੜਾ ਜਿਹੜੀ ਫਾਈਨ ਅਰਥ ਹੁੰਦੀ ਹੈ, ਜਿਹੜੀ ਕਿ ਇੱਕ ਤਰ੍ਹਾਂ ਦੀ ਉਹ ਮੈਨਿਓਰ ਹੀ ਹੈ, ਉਹ ਖਾਦ ਹੀ ਹੁੰਦੀ ਹੈ, ਉਹ ਥੱਲੇ ਇਕੱਠੀ ਹੋ ਜਾਂਦੀ ਹੈ। ਜਿਹੜਾ ਨਾਨ ਬਾਇਓਡਿਗਰੇਡੇਬਲ ਮਟੀਰੀਅਲ ਹੁੰਦਾ ਹੈ, ਜਿਵੇਂ ਪਲਾਸਟਿਕ ਹੋ ਗਿਆ, ਕੱਚ ਦੀਆਂ ਬੋਤਲਾਂ ਹੋ ਗਈਆਂ, ਕੋਈ ਲੱਕੜ ਲੋਹੇ ਦਾ ਟੁਕੜਾ ਹੋ ਗਿਆ, ਕੋਈ ਪਲਾਸਟਿਕ ਹੋ ਗਿਆ, ਕੋਈ ਕੱਪੜਾ ਹੋ ਗਿਆ, ਉਹ ਜਿਹੜਾ ਉਹ ਉੱਤੇ ਰਹਿ ਜਾਂਦਾ ਹੈ। ਸੋ ਆਪਾਂ ਉਸ ਫਾਈਨ ਸੋਇਲ ਨੂੰ, ਉਸ ਮੈਨਿਓਰ ਨੂੰ, ਉਸ ਖਾਦ ਨੂੰ ਉਹ 'ਚੋਂ ਕੱਢ ਕੇ ਉਹਨੂੰ ਵੱਖਰਾ ਕਰ ਲਿਆ ਅਤੇ ਨਾਨ ਬਾਇਓਡਿਗਰੇਡੇਬਲ ਮਟੀਰੀਅਲ ਨੂੰ ਇਕੱਠਾ ਕਰ ਲਿਆ। ਉਹ ਜਿਹੜੀ ਖਾਦ ਹੈ ਮੁੜ ਕੇ ਫਿਰ ਉਹ ਜਿਹੜੀ ਹੈ ਆਪਣੇ ਪਾਰਕਾਂ ਵਿੱਚ ਕੰਮ ਆਉਂਦੀ ਹੈ। ਸੋ ਇਹ ਇੱਕ ਲੈਗੇਸੀ ਵੇਸਟ ਨੂੰ ਜਿਹੜਾ ਹੈ ਕਲੀਅਰ ਕਰਨ ਦਾ ਇਹ ਬੜਾ ਵਧੀਆ ਤਰੀਕਾ ਹੈ। ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਇਹ ਮਨਸ਼ਾ ਹੈ, ਉਹਨਾਂ ਦਾ ਇਹ ਉਹਨਾਂ ਦਾ ਏਮ ਹੈ, ਮਕਸਦ ਹੈ ਕਿ ਹੌਲੀ ਹੌਲੀ ਜਿੰਨੇ ਵੀ ਲੈਗੇਸੀ ਵੇਸਟ ਹਨ ਇਹਨੂੰ ਸਾਰੇ ਨੂੰ ਹੌਲੀ ਹੌਲੀ ਜਿਹੜਾ ਹੈ ਕਲੀਅਰ ਕਰ ਦਿੱਤਾ ਜਾਵੇ, ਔਰ ਉਹ ਜਿਹੜੇ ਐਡੇ ਵੱਡੇ ਪਹਾੜ ਬਣੇ ਹੋਏ ਆ ਕੂੜੇ ਦੇ ਉਹਨਾਂ ਨੂੰ ਖਤਮ ਕੀਤਾ ਜਾਵੇ। ਸੋ ਨਾਲ ਦੇ ਨਾਲ ਇਹਦੇ ਆਪਣੀ ਐਜ਼ ਰਿਸਪੋਂਸੀਬਲ ਸਿਟੀਜ਼ਨਸ ਆਫ ਦਿਸ ਡਿਸਟ੍ਰਿਕਟ ਆਪਣੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਥਾਂ ਥਾਂ 'ਤੇ ਜਿਹੜਾ ਹੈਗਾ ਇਹ ਆਪਾਂ ਗੰਦ ਨਾ ਪਾਈਏ, ਆਪਾਂ ਕਚਰਾ ਨਾ ਸਿੱਟੀਏ, ਫਰੂਟ ਸਬਜ਼ੀ ਇਹਨਾਂ ਦੇ ਛਿਲਕੇ ਜਿਹੜੇ ਹੈਗੇ ਉਹ ਬਾਹਰ ਨਾ ਸਿੱਟੀਏ, ਕਾਗਜ਼ ਹੈ ਥਾਂ ਥਾਂ 'ਤੇ ਥੁੱਕੀਏ ਨਾ। ਇਹ ਸਾਰੀ ਆਪਣੀ ਇਹ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣੀ ਇਹ ਡਿਊਟੀ ਬਣਦੀ ਹੈ। ਸੋ ਕਈ ਥਾਵਾਂ 'ਤੇ ਆਪਾਂ ਦੇਖਦੇ ਹਾਂ ਕਿ ਲੋਕ ਕੂੜਾ ਇਕੱਠਾ ਕਰਕੇ ਉਹਨੂੰ ਅੱਗ ਲਾ ਦਿੰਦੇ ਹਨ, ਕਈ ਥਾਵਾਂ 'ਤੇ ਉਹ ਪਬਲਿਕ ਪਲੇਸਿਸ 'ਤੇ ਉੱਦਾਂ ਹੀ ਬਾਹਰ ਰੋਡ 'ਤੇ ਸਿੱਟ ਦਿੰਦੇ ਹਨ, ਜਾਂ ਪਾਰਕ ਜਿੱਥੇ ਹੁੰਦੇ ਹੈਗੇ ਆਪਣੇ ਪਬਲਿਕ ਪਲੇਸਿਸ ਜਿਹੜੀਆਂ ਹੁੰਦੀਆਂ ਉੱਥੇ ਕੂੜਾ ਸਿੱਟ ਦਿੰਦੇ ਹਨ। ਸੋ ਇਹਨਾਂ ਦੇ ਚਲਾਨ ਫਿਕਸ ਹੋਏ ਨੇ। ਹਰੇਕ ਅਰਬਨ ਲੋਕਲ ਬਾਡੀ ਨੇ ਆਪਣੇ ਜਿਹੜੇ ਹੈ ਬਾਇਲਾਜ਼ ਬਣਾਏ ਹੈ, ਔਰ ਬਾਇਲਾਜ਼ ਮੁਤਾਬਕ ਇਹ ਜਿਹੜਾ ਬਰਨਿੰਗ ਐਂਡ ਲਿਟਰਿੰਗ ਆਫ ਸੋਲਿਡ ਵੇਸਟ ਇਹ ਇਹਨਾਂ ਦੇ ਚਲਾਨ ਹਨ। ਜੇਕਰ ਕੋਈ ਇੱਦਾਂ ਕਰਦਾ ਪਕੜਿਆ ਜਾਂਦਾ ਹੈ ਤੇ ਉਹਨੂੰ ਹੈਵੀ ਫਾਈਨ ਹੋ ਸਕਦਾ ਹੈ। ਇਹ ਸਾਰੀ ਐਕਟੀਵਿਟੀ ਜਿਹੜੀ ਹੈ ਇਹ ਲੋਕਾਂ ਨੂੰ ਇਹਦੇ ਬਾਰੇ ਅਵੇਅਰ ਕਰਨ ਵਾਸਤੇ ਇਹ ਸਾਡੀ ਕੋਈ ਨਾ ਕੋਈ IEC ਐਕਟੀਵਿਟੀਜ਼ ਚੱਲਦੀਆਂ ਰਹਿੰਦੀਆਂ ਹਨ। IEC's ਇਨਫੋਰਮੇਸ਼ਨ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਐਕਟੀਵਿਟੀਜ਼, ਜਿਹਦੇ ਵਿੱਚ ਆਪਾਂ ਜੋ ਵੀ ਇਨਫੋਰਮੇਸ਼ਨ ਆਪਾਂ ਪਬਲਿਕ ਨਾਲ ਸ਼ੇਅਰ ਕਰਨੀ ਹੈ ਅਤੇ ਉਹ ਆਪਾਂ ਉਹਨੂੰ ਆਪਣੇ ਵੱਖ-ਵੱਖ ਜ਼ਰੀਆਂ ਦੇ ਰਾਹੀਂ ਆਪਾਂ ਕਰਕੇ ਤੇ ਲੋਕਾਂ ਨੂੰ ਇਹਦੇ ਬਾਰੇ ਅਵੇਅਰ ਕਰਦੇ ਹਾਂ। ਇੱਕ ਹੋਰ ਬੜਾ ਭਖਦਾ ਹੋਇਆ ਇਸ਼ੂ ਇਹ ਹੁੰਦਾ ਹੈ ਕਿ ਕਈ ਵਾਰੀ ਆਪਣੇ ਸ਼ਹਿਰਾਂ ਦੇ ਨੇੜਿਓਂ ਜਿਹੜੀਆਂ ਕੁਦਰਤੀ ਡਰੇਨਸ ਹੈ ਇਹ ਨਿਕਲਦੀਆਂ ਹਨ, ਔਰ ਕਈ ਆਪਣੇ ਜਿਹੜੇ ਸ਼ਹਿਰ ਨੇ ਇੱਧਰ ਧਰਮਕੋਟ ਵਾਲਾ ਇਲਾਕਾ ਹੈ ਉਧਰੋਂ ਦੀ ਦਰਿਆ ਵੀ ਜਿਹੜਾ ਹੈ, ਇਹ ਸਾਰੀਆਂ ਨਦੀਆਂ ਜਿਹੜੀਆਂ ਛੋਟੇ ਛੋਟੇ ਨਾਲੇ ਨੇ ਇਹ ਜਾ ਕੇ ਮੁੜ ਕੇ ਪਾਣੀ ਇਹਨਾਂ ਦਾ ਦਰਿਆ 'ਚ ਪੈਂਦਾ ਹੈ। ਅਤੇ ਸ਼ਹਿਰਾਂ ਦਾ ਜਿੰਨਾ ਵੀ ਵੇਸਟ ਹੁੰਦਾ ਹੈ ਕਈ ਵਾਰੀ ਉਹ ਜਿਵੇਂ ਕਿ ਚਿਪਸ ਦੇ ਪੈਕਟ ਹੋ ਜਾਂਦੇ ਹੈ, ਹੋਰ ਪੋਲੀਥੀਨ ਹੋ ਜਾਂਦਾ ਹੈ, ਹੋਰ ਬਹੁਤ ਤਰ੍ਹਾਂ ਦਾ ਵੇਸਟ ਹੁੰਦਾ ਹੈਗਾ ਜਿਹੜਾ ਉਹ ਨਾਲੀਆਂ 'ਚ ਲੋਕ ਸਿੱਟ ਦਿੰਦੇ ਹਨ, ਔਰ ਉੱਥੋਂ ਨਾਲੀਆਂ 'ਚੋਂ ਉਹ ਹੁੰਦੇ ਹੋਏ ਉਹ ਡਰੇਨਾਂ 'ਚ ਪਹੁੰਚ ਜਾਂਦਾ ਹੈਗਾ, ਤਾਂ ਡਰੇਨਾਂ 'ਚ ਹੁੰਦੇ ਹੋਏ ਉਹ ਦਰਿਆ 'ਚ ਫਾਈਨਲੀ ਜਾ ਪਹੁੰਚਦਾ ਹੈ। ਸੋ ਇਹ
ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੇ ਇਹ ਜਿਹੜੀ ਇਹ ਪਲਾਸਟਿਕ ਔਰ ਇੱਦਾਂ ਦੇ ਲਿਫਾਫੇ ਹਨ, ਇਹਦਾ ਬਹੁਤ ਨੁਕਸਾਨ ਹੁੰਦਾ ਹੈ। ਸੋ ਇਹ ਡਾਇਰੈਕਸ਼ਨ ਹੈ ਸਾਰੀਆਂ ULBs ਨੂੰ ਕਿ ਤੁਸੀਂ ਇਹ ਜਿਹੜਾ ਵੇਸਟ ਹੈਗਾ ਸੋਲਿਡ ਵੇਸਟ ਇਹਨੂੰ ਰੋਕਣਾ ਹੈ। ਇਹ ਕਿਸੇ ਵੀ ਕਾਰਨ ਜਿਹੜਾ ਹੈਗਾ ਇਹ ਡਰੇਨਸ ਵਿੱਚ ਜਾਂ ਆਪਣੇ ਦਰਿਆ ਵਿੱਚ ਨਹੀਂ ਪੈਣਾ ਚਾਹੀਦਾ। ਜੇ ਆਪਾਂ ਸੀਵਰੇਜ ਦੀ ਗੱਲ ਕਰੀਏ ਤੇ ਇਹਦਾ ਸਾਇੰਟੀਫਿਕ ਤਰੀਕਾ ਜਿਹੜਾ ਹੈਗਾ ਸੀਵੇਜ ਦਾ ਡਿਸਪੋਜ਼ਲ ਦਾ, ਉਹਨੂੰ ਟਰੀਟ ਕਰਕੇ ਡਿਸਪੋਜ਼ ਆਫ ਕਰਨ ਦਾ ਹੈਗਾ। ਸੋ ਇਹਦੇ ਵਾਸਤੇ ਆਪਾਂ ਨੂੰ ਸੀਵਰੇਜ ਟਰੀਟਮੈਂਟ ਪਲਾਂਟ ਦੀ ਲੋੜ ਹੁੰਦੀ ਹੈ। ਤੁਹਾਡੀ ਜਾਣਕਾਰੀ 'ਚ ਮੈਂ ਦੱਸਣਾ ਚਾਹਾਂਗਾ ਕਿ ਮੋਗੇ ਜ਼ਿਲ੍ਹੇ ਵਿੱਚ ਇਸ ਵੇਲੇ 2 ਸੀਵਰੇਜ ਟਰੀਟਮੈਂਟ ਪਲਾਂਟ ਹੈਗੇ ਆ, ਮੋਗਾ ਔਰ ਧਰਮਕੋਟ, ਜਿਹੜੇ ਇਸ ਵੇਲੇ ਫੁੱਲੀ ਫੰਕਸ਼ਨਲ ਨੇ। ਸੋ ਇੱਥੇ ਜਿਹੜਾ ਆਪਣੇ ਘਰਾਂ ਦਾ ਪਾਣੀ ਹੈ, ਟੋਇਲਟਸ ਦਾ, ਬਾਥਰੂਮਾਂ ਦਾ, ਹੋਰ ਕਿਚਨ ਦਾ ਪਾਣੀ ਜਿਹੜਾ ਸੀਵਰੇਜ ਵਿੱਚ ਪੈਂਦਾ ਹੈ, ਉਹ ਇਕੱਠਾ ਹੋ ਕੇ ਤੇ ਉਹ STP ਤੇ ਪਹੁੰਚਦਾ ਹੈਗਾ। STP ਵਿੱਚ ਇਹ ਪਾਣੀ ਟਰੀਟ ਹੋ ਜਾਂਦਾ ਹੈ ਔਰ ਉਹਦੀ ਜਿਹੜੀ ਹੈ ਟਰੀਟਮੈਂਟ ਤੋਂ ਬਾਅਦ ਸਲੱਜ ਜਿਹੜੀ ਹੈਗੀ ਹੈ ਉਹ ਵੱਖਰੀ ਹੋ ਜਾਂਦੀ ਹੈ ਤੇ ਜਿਹੜਾ ਟਰੀਟਡ ਲਿਕੁਇਡ ਜਿਹੜਾ ਹੈਗਾ ਉਹ ਵੱਖਰਾ ਹੋ ਜਾਂਦਾ ਹੈ। ਤੇ ਟਰੀਟਡ ਲਿਕੁਇਡ ਦਾ ਜਿਹੜਾ BOD ਅਗਰ 8 ਤੋਂ ਘੱਟ ਹੁੰਦਾ ਹੈਗਾ ਤੇ ਉਹ ਪਾਣੀ ਜਿਹੜਾ ਹੈਗਾ ਉਹਨੂੰ ਆਪਾਂ ਸੇਫਲੀ ਡਰੇਨਸ ਵਿੱਚ ਪਾ ਸਕਦੇ ਹਾਂ, ਕਿਉਂਕਿ ਉਹ ਟਰੀਟਡ ਪਾਣੀ ਹੈਗਾ, ਉਹਨੂੰ ਆਪਾਂ ਇਰੀਗੇਸ਼ਨ ਲਈ ਵੀ ਯੂਜ਼ ਕਰ ਸਕਦੇ ਹਾਂ। ਸੋ ਇਹ 2 ਆਪਣੇ ਸੈਂਟਰ ਮੋਗਾ ਔਰ ਧਰਮਕੋਟ ਇੱਥੇ ਆਪਣੇ STP ਫੰਕਸ਼ਨਲ ਨੇ। ਇੱਕ ਹੋਰ ਜਿਹੜੀ ਖੁਸ਼ੀ ਦੀ ਗੱਲ ਇਹ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਆਉਣ ਵਾਲੇ ਕੁਛ ਹੀ ਦਿਨਾਂ ਵਿੱਚ ਬਾਘੇ ਪੁਰਾਣੇ ਦਾ STP ਵੀ ਹੈ ਜਿਹੜਾ ਉਹ ਫੰਕਸ਼ਨਲ ਹੋ ਜਾਏਗਾ। ਸੋ ਇਹਦੇ ਨਾਲ ਬਾਘੇ ਪੁਰਾਣੇ ਦਾ ਜਿਹੜਾ ਸੀਵਰੇਜ ਵੇਸਟ ਹੈਗਾ ਇਹ ਟਰੀਟ ਹੋ ਕੇ ਇਹ ਇਰੀਗੇਸ਼ਨ ਵਾਸਤੇ ਇਹ ਯੂਜ਼ ਕੀਤਾ ਜਾ ਸਕਦਾ ਹੈ। ਇਹਦੇ ਵਿੱਚ ਮੈਂ ਤੁਹਾਡੇ ਨਾਲ ਹੋਰ ਇੱਕ ਗੱਲ ਜਿਹੜੀ ਸਾਂਝੀ ਕਰਨਾ ਚਾਹੁੰਦਾ ਕਿ ਇਹ ਜਿਹੜਾ ਸੀਵਰੇਜ ਦਾ ਜਿਹੜਾ ਵੇਸਟ ਹੁੰਦਾ ਹੈ, ਜਿਹੜਾ ਪਾਣੀ ਹੁੰਦਾ ਹੈ, ਇਹ ਕੇਵਲ ਸ਼ਹਿਰਾਂ ਦੇ ਵਿੱਚ ਹੀ ਨਹੀਂ, ਇਹ ਪਿੰਡਾਂ ਵਿੱਚ ਵੀ ਜਿਹੜਾ ਹੈਗਾ ਇਹ ਉੱਥੇ ਜਨਰੇਟ ਹੁੰਦਾ ਹੈ। ਸੋ ਜਿਹੜੇ ਆਪਣੇ ਬਾਕੀ ਦੇ ਦੂਸਰੇ ਸ਼ਹਿਰ ਨੇ ਜਿਵੇਂ ਬਦਨੀ ਕਲਾਂ, ਨਿਹਾਲ ਸਿੰਘ ਵਾਲਾ, ਸੋ ਹੁਣ ਕੋਸ਼ਿਸ਼ ਉੱਥੇ ਇਹ ਹੈ ਕਿ ਉੱਥੇ ਇੱਕ ਲੇਟੈਸਟ ਟੈਕਨੋਲੋਜੀ ਥਾਪਰ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਤੇ ਉਹ ਪਾਣੀ ਨੂੰ ਟਰੀਟ ਕਰਕੇ ਜਿਹੜਾ ਹੈਗਾ ਉਹਨੂੰ ਅੱਗੇ ਕਿਤੇ ਵਰਤੋਂ 'ਚ ਲਿਆਂਦਾ ਜਾਵੇ। ਪਿੰਡਾਂ ਵਿੱਚ ਇਹ ਪਾਣੀ ਜਿਹੜਾ ਘਰਾਂ ਦਾ ਹੈ ਇਹ ਪਿੰਡ ਦੇ ਟੋਬੇ 'ਚ ਪੈਂਦਾ ਹੈ ਔਰ ਪਿੰਡ ਦੇ ਟੋਬੇ ਕਈ ਵਾਰੀ ਓਵਰਫਲੋ ਕਰਕੇ ਜਾਂ ਇਹਨਾਂ ਨੂੰ ਗਾਂਹ ਨਾਲਿਆਂ ਨਾਲ ਕਨੈਕਟ ਕੀਤਾ ਹੁੰਦਾ ਹੈ। ਲੇਕਿਨ ਮੈਂ ਤੁਹਾਡੀ ਜਾਣਕਾਰੀ ਲਈ ਮੈਂ ਦੱਸਣਾ ਚਾਹਾਂਗਾ ਕਿ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਨੇ ਔਰ ਸੁਪਰੀਮ ਕੋਰਟ ਦੇ ਜਿਹੜੇ ਵੱਖ-ਵੱਖ ਫੈਸਲੇ ਹੋਏ ਨੇ, ਉਹਨਾਂ ਨੇ ਸਾਰੀ ਸਟੇਟ ਦੀਆਂ ਸਰਕਾਰਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਪਾਣੀ ਜਿਹੜਾ ਹੈਗਾ ਉਹ ਟਰੀਟ ਕੀਤੇ ਬਗੈਰ ਆਪਾਂ ਕਿਸੇ ਵੀ ਨਦੀ ਜਾਂ ਨਾਲੇ 'ਚ ਨਹੀਂ ਪਾ ਸਕਦੇ। ਸੋ ਟਰੀਟਮੈਂਟ ਕਰਨਾ ਬਹੁਤ ਜ਼ਰੂਰੀ ਹੈ। ਮੋਗਾ ਜ਼ਿਲ੍ਹੇ ਦੇ 63 ਪਿੰਡ ਇਹੋ ਜਿਹੇ ਨੇ ਜਿਨ੍ਹਾਂ ਦਾ ਪਾਣੀ ਬਗੈਰ ਟਰੀਟ ਹੋਏ ਇਹਨਾਂ ਨਾਲਿਆਂ 'ਚੋਂ ਹੁੰਦਾ ਹੋਇਆ ਨਦੀ 'ਚ ਪੈਂਦਾ ਹੈ। ਸੋ ਸਾਨੂੰ ਇਹ ਡਾਇਰੈਕਸ਼ਨ ਹੈ ਕਿ ਇਹਨਾਂ 63 ਪਿੰਡਾਂ ਦਾ ਜਿਹੜਾ ਹੈਗਾ ਇੱਕ ਪ੍ਰੋਜੈਕਟ ਬਣਾ ਕੇ ਤੇ ਇੱਥੇ ਇਹ 63 ਪਿੰਡਾਂ ਦੇ ਵਿੱਚ ਥਾਪਰ ਟੈਕਨੋਲੋਜੀ ਯੂਜ਼ ਕਰਦੇ ਹੋਏ ਇਹ ਟੋਬੇ 'ਚ ਜਿਹੜਾ ਪਾਣੀ ਇਕੱਠਾ ਹੁੰਦਾ ਹੈਗਾ ਇਹਨੂੰ ਟਰੀਟ ਕਰਕੇ ਫਿਰ ਡਿਸਪੋਜ਼ ਆਫ ਕੀਤਾ ਜਾਵੇ। ਸੋ ਇਸ ਵੇਲੇ 63 ਪਿੰਡਾਂ ਵਿੱਚੋਂ ਜਿਹੜਾ ਹੈ 16 ਪਿੰਡਾਂ ਦੇ ਕੇਸਿਸ ਜਿਹੜੇ ਹੈਗੇ ਆ ਉਹ ਅਪਰੂਵ ਹੋ ਚੁੱਕੇ ਹੈ। ਉਹਨਾਂ ਵਿੱਚ 2 ਪਿੰਡ ਇਹੋ ਜਿਹੇ ਹੈ ਜਿਨ੍ਹਾਂ ਦੀ ਕੰਮ ਸ਼ੁਰੂ ਕਰਨ ਵਾਸਤੇ ਬਿਲਕੁਲ ਅਸੀਂ ਤਿਆਰ ਹਾਂ। ਪੈਸੇ ਜਿਹੜੇ ਹੈਗੇ ਆ ਉਹ ਅਸੀਂ ਜਿਹੜੇ ਹੈ ਪੰਚਾਇਤ ਦੇ ਅਕਾਊਂਟ 'ਚ ਪਾ ਦਿੱਤੇ ਹਨ। ਸੋ ਇਹ ਵੀ ਕੰਮ ਜਿਹੜਾ ਹੈ ਛੇਤੀ ਹੋ ਜਾਏਗਾ। ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਮੈਂ ਸਾਂਝੀ ਕਰਨਾ ਚਾਹਾਂਗਾ ਕਿ ਆਪਾਂ ਕਈ ਵਾਰੀ ਦੇਖਿਆ ਹੈ ਕਿ ਹਸਪਤਾਲਾਂ ਵਿੱਚ ਜਿਹੜਾ ਵੇਸਟ ਜਨਰੇਟ ਹੁੰਦਾ ਜਿਹਨੂੰ ਆਪਾਂ ਬਾਇਓਮੈਡੀਕਲ ਵੇਸਟ ਕਹਿੰਦੇ ਹਾਂ, ਉਹ ਜਿਹੜੀਆਂ ਹਸਪੀਟਲ ਦੀਆਂ ਅਥਾਰਟੀਜ਼ ਹੁੰਦੀਆਂ, ਭਾਵੇਂ ਉਹ ਸਰਕਾਰੀ ਹਸਪਤਾਲ ਹੈ ਭਾਵੇਂ ਪ੍ਰਾਈਵੇਟ ਹਸਪਤਾਲ ਹੈ, ਉਹ ਜਿਹੜੀਆਂ ਹੈ ਉਹ ਅਥਾਰਟੀਜ਼ ਉੱਥੇ ਵੇਸਟ ਇਕੱਠਾ ਕਰ ਲੈਂਦੀਆਂ ਹਨ।
ਇਹ ਸਾਰਾ ਵੇਸਟ ਜਿਹੜਾ ਹੈ ਬਾਇਓਮੈਡੀਕਲ ਵੇਸਟ ਕਹਾਂਦਾ ਹੈ। ਸੋ ਬਾਇਓਮੈਡੀਕਲ ਵੇਸਟ ਨੂੰ ਡਿਸਪੋਜ਼ ਕਰਨ ਦਾ ਵੀ ਇਹ ਸਾਇੰਟੀਫਿਕ ਤਰੀਕੇ ਹਨ। ਸੋ ਸਟੇਟ ਗਵਰਨਮੈਂਟ ਨੇ ਹਰੇਕ ਇਸ ਰਾਜ ਦੇ ਹਰੇਕ ਜ਼ਿਲ੍ਹੇ ਵਾਸਤੇ ਇੱਕ ਕੰਪਨੀ ਨਾਲ ਟਾਈ ਅਪ ਕੀਤਾ ਹੋਇਆ ਹੈ। ਤੋ ਮੋਗੇ ਜ਼ਿਲ੍ਹੇ ਵਾਸਤੇ ਮੁਕਤਸਰ ਦੀ ਇੱਕ ਕੰਪਨੀ ਮੈਡਵੇਸਟ ਹੈ, ਜਿਹੜੀ ਕਿ ਮੋਗੇ ਦੇ ਸਾਰੇ ਨਰਸਿੰਗ ਹੋਮਾਂ ਤੋਂ ਜਿਹੜਾ ਉਹਨਾਂ ਦਾ ਬਾਇਓਮੈਡੀਕਲ ਵੇਸਟ ਉਹ ਕਲੈਕਟ ਕਰਕੇ ਅਤੇ ਉਹ ਆਪਣੀ ਫੈਸਿਲਿਟੀ ਜਿਹੜੀ ਹੈ ਉੱਥੇ ਲੈ ਕੇ ਜਾਂਦੇ ਹਨ। ਉੱਥੇ ਉਹਨਾਂ ਕੋਲ ਇਹਨੂੰ ਡਿਸਪੋਜ਼ ਆਫ ਕਰਨ ਦੇ ਜਿਹੜੇ ਹੈ ਉਹ ਸਾਇੰਟੀਫਿਕ ਤਰੀਕੇ ਹਨ ਅਤੇ ਉੱਥੇ ਇਹਨੂੰ ਇਹ ਡਿਸਪੋਜ਼ ਆਫ ਕਰਦੇ ਹਨ। ਇਹਦੇ ਵਿੱਚ ਮੈਂ ਹੋਰ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਾਂਗਾ ਕਿ ਬਾਇਓਮੈਡੀਕਲ ਵੇਸਟ ਜਿਹੜਾ ਹੈ ਕੇਵਲ ਹਸਪਤਾਲਾਂ ਵਿੱਚ ਹੀ ਨਹੀਂ, ਇਹ ਆਪਣੇ ਘਰਾਂ ਵਿੱਚ ਵੀ ਜਨਰੇਟ ਹੁੰਦਾ ਹੈ। ਆਪਣੇ ਘਰਾਂ ਵਿੱਚ ਕਈ ਵਾਰੀ ਕੁਝ ਬਜ਼ੁਰਗ ਹੁੰਦੇ ਨੇ ਜਿਹੜੇ ਬੈੱਡ ਰਿਡਨ ਹੁੰਦੇ ਹਨ ਔਰ ਉਹ ਡਾਇਪਰ ਯੂਜ਼ ਕਰਦੇ ਹਨ। ਕਈ ਪਰਿਵਾਰਾਂ ਵਿੱਚ ਛੋਟੇ ਬੱਚੇ ਹੁੰਦੇ ਜਿਹੜੇ ਉੱਤੇ ਡਾਇਪਰ ਯੂਜ਼ ਹੁੰਦਾ ਹੈ। ਆਪਣੇ ਘਰਾਂ ਦੇ ਵਿੱਚ ਜਿਹੜੇ ਐਕਸਪਾਇਰਡ ਦਵਾਈਆਂ ਹਨ ਜਾਂ ਐਕਸਪਾਇਰਡ ਕਾਸਮੈਟਿਕਸ ਹਨ, ਇਹ ਸਾਰਾ ਦਾ ਸਾਰਾ ਜਿਹੜਾ ਹੈਗਾ ਇਟ ਇਜ਼ ਆਲ ਬਾਇਓਮੈਡੀਕਲ ਵੇਸਟ। ਔਰ ਇਸ ਤੋਂ ਇਲਾਵਾ ਜਿਹੜੇ ਆਪਣੇ ਘਰਾਂ ਵਿੱਚ ਸੈਨੇਟਰੀ ਪੈਡਸ ਯੂਜ਼ ਹੁੰਦੇ ਹਨ ਜਾਂ ਕੰਡਮਸ ਯੂਜ਼ ਹੁੰਦੇ ਹਨ, ਇਹ ਵੀ ਬਾਇਓਮੈਡੀਕਲ ਵੇਸਟ ਕਹਿਲਾਂਦਾ ਹੈ। ਸੋ ਮੈਂ ਜੇ ਤੁਹਾਨੂੰ ਇਨ ਸ਼ਾਰਟ ਦੱਸਾਂ ਕਿ ਜਿਹੜੀ ਵੀ ਚੀਜ਼ ਆਪਣੇ ਬੋਡੀ ਫਲੂਇਡਸ ਨੂੰ ਸੰਭਾਲਣ ਵਾਸਤੇ ਵਰਤੀ ਜਾਂਦੀ ਹੈਗੀ ਹੈ, ਉਹ ਬਾਇਓਮੈਡੀਕਲ ਵੇਸਟ ਹੈ। ਸੋ ਬਾਇਓਮੈਡੀਕਲ ਵੇਸਟ ਨੂੰ ਡਿਸਪੋਜ਼ ਆਫ ਕਰਨਾ ਇਹ ਪ੍ਰੋਪਰ ਤਰੀਕੇ ਨਾਲ ਇਹ ਬੜਾ ਜ਼ਰੂਰੀ ਹੈ। ਜੇ ਆਪਾਂ ਇਹਨੂੰ ਡਿਸਪੋਜ਼ ਆਫ ਸਹੀ ਢੰਗ ਨਾਲ ਨਹੀਂ ਕਰਾਂਗੇ ਤਾਂ ਇਹ ਬਾਹਰ ਜਿੱਥੇ ਹੋਰ ਕੂੜੇ ਦਾ ਡੰਪ ਹੈ ਉੱਥੇ ਦੂਜਾ ਕੂੜਾ ਜਿਹੜਾ ਹੈਗਾ ਉਹਨੂੰ ਵੀ ਇਹ ਟੌਕਸਿਕ ਬਣਾ ਦੇਗਾ ਔਰ ਉਸ ਕੂੜੇ ਦੇ ਉੱਤੇ ਜਿਹੜੇ ਵੀ ਆਪਣੇ ਜਾਨਵਰ ਹੈ, ਭਾਵੇਂ ਉਹ ਡੌਗ ਹੈ ਜਾਂ ਸਟ੍ਰੇ ਕੈਟਲ ਹੈ, ਜਦੋਂ ਉੱਥੋਂ ਉਹ ਕੁਛ ਨਾ ਕੁਛ ਖਾਂਦੇ ਹਨ ਅਤੇ ਉਹ ਜਰਾਸੀਨ ਜਿਹੜੇ ਹੈ ਉਹ ਇਹਨਾਂ ਦੇ ਵਿੱਚ ਜਾਂਦੇ ਹਨ। ਜਦੋਂ ਉਹ ਜਰਾਸੀਨ ਇਹਨਾਂ ਦੇ ਅੰਦਰ ਬਾਡੀ 'ਚ ਜਾਂਦੇ ਹਨ ਅਤੇ ਇਹ ਐਨੀਮਲਸ ਜਿਹੜੇ ਹੈਗੇ ਨੇ ਇਹ ਬਹੁਤ ਅਗਰੈਸਿਵ ਹੋ ਜਾਂਦੇ ਨੇ, ਬੜੇ ਫਰੋਸ਼ੀਅਸ ਹੋ ਜਾਂਦੇ ਹਨ। ਸੋ ਬਹੁਤ ਜ਼ਰੂਰੀ ਹੈ ਕਿ ਆਪਾਂ ਆਪਣੇ ਘਰਾਂ ਦਾ ਜਿਹੜਾ ਬਾਇਓਮੈਡੀਕਲ ਵੇਸਟ ਹੈ ਜਾਂ ਟੌਕਸਿਕ ਵੇਸਟ ਹੈ, ਇਹਨੂੰ ਬੜੇ ਇੱਕ ਅੱਛੇ ਢੰਗ ਨਾਲ ਜਿਹੜਾ ਹੈ ਇਹਨੂੰ ਡਿਸਪੋਜ਼ ਆਫ ਕਰੀਏ। ਸੋ ਇਹ ਇਨ ਸ਼ਾਰਟ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਸੋਲਿਡ ਐਂਡ ਲਿਕੁਇਡ ਵੇਸਟ ਮੈਨੇਜਮੈਂਟ ਦੀਆਂ ਔਰ ਬਾਇਓਮੈਡੀਕਲ ਵੇਸਟ ਦੀਆਂ। ਇਹ ਇਸ ਵਿਸ਼ੇ 'ਤੇ ਸਾਡੀ ਬਹੁਤ ਚਰਚਾ ਹੁੰਦੀ ਰਹਿੰਦੀ ਹੈ ਔਰ ਇਹਦੇ ਉੱਤੇ ਅਸੀਂ ਬਹੁਤ ਮਿਹਨਤ ਨਾਲ ਲੱਗੇ ਹੋਏ ਹਾਂ ਕਿ ਇਹ ਜਿਹੜਾ ਗਾਰਬੇਜ ਹੈ ਜਾਂ ਜਿਹੜਾ ਵੇਸਟ ਹੈ ਇਹਦੀ ਮੈਨੇਜਮੈਂਟ ਇਸ ਢੰਗ ਨਾਲ ਕੀਤੀ ਜਾਵੇ ਕਿ ਆਪਣਾ ਆਲਾ ਦੁਆਲਾ ਜਿਹੜਾ ਹੈਗਾ ਉਹ ਸਾਫ਼ ਸੁਥਰਾ ਹੋ ਜਾਵੇ। ਆਪਣੇ ਜਿਹੜੀ ਵੈਟ ਵੇਸਟ ਜਿਹੜਾ ਹੈਗਾ ਉਹ ਕਿਸੇ ਵੀ ਸੂਰਤ ਵਿੱਚ ਰੋਡ ਸਾਈਡ 'ਤੇ ਨਾ ਆਵੇ, ਕਿਸੇ ਵੀ ਸੂਰਤ ਵਿੱਚ ਉਹ ਡੰਪਿੰਗ ਸਾਈਟ 'ਤੇ ਨਾ ਪਹੁੰਚੇ। ਉਹ ਜੇਕਰ ਪਹੁੰਚੇ ਅਤੇ ਆਪਣੀਆਂ ਕੰਪੋਸਟ ਪਿੱਟਾਂ 'ਤੇ ਪਹੁੰਚੇ, ਜਿੱਥੋਂ ਆਪਾਂ ਇਹਨੂੰ ਪ੍ਰੋਸੈਸ ਕਰਨ ਤੋਂ ਬਾਅਦ ਇਹਨੂੰ ਐਜ਼ ਅ ਮੈਨਿਓਰ ਜਿਹੜਾ ਹੈਗਾ ਇਹਨੂੰ ਯੂਜ਼ ਕਰੀਏ। ਅਤੇ ਇਹ ਸਾਰਾ ਸਬਜੈਕਟ ਜਿਹੜਾ ਹੈਗਾ ਇਹਦੇ ਵਿੱਚ ਮੋਨੀਟਰਿੰਗ ਕਮੇਟੀ ਜਿਹੜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਹੈ, ਉਹਨੇ ਸਾਰੀਆਂ ਕਮੇਟੀਆਂ ਦੀਆਂ ਔਰ ਨਾਲ ਹੀ ਮੋਗਾ ਮਿਊਨਿਸਪਲ ਕਾਰਪੋਰੇਸ਼ਨ ਦੀ ਇਹ ਡਿਊਟੀ ਲਗਾਈ ਔਰ ਇਹਨਾਂ ਨੂੰ ਸਾਰੇ ਜਿੰਨੀਆਂ ਵੀ ਇਹ ਐਕਟੀਵਿਟੀਜ਼ ਹਨ ਇਹਨਾਂ ਨੂੰ ਮਿਤੀਬੱਧ ਕਰ ਦਿੱਤਾ। ਉਹਨਾਂ ਨੇ ਇਹ ਡਾਇਰੈਕਸ਼ਨਸ ਦੇ ਦਿੱਤੀਆਂ ਹਨ ਕਿ ਇਹ ਕੰਮ ਜਿਹੜਾ ਹੈਗੇ ਇਹ ਵੱਖ-ਵੱਖ ਕੰਮ ਇਹ ਵੱਖ-ਵੱਖ ਡੇਟਾਂ ਨੂੰ ਜਿਹੜਾ ਹੈ ਇਹ ਮੁਕੰਮਲ ਹੋ ਜਾਣੇ ਚਾਹੀਦੇ ਹਨ। ਨਹੀਂ ਤਾਂ ਜੇ ਇਹ ਕੰਮ ਮੁਕੰਮਲ ਨਹੀਂ ਹੋਣਗੇ ਅਤੇ ਮੋਨੀਟਰਿੰਗ ਕਮੇਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਜਿਹੜੀ ਹੈ ਉਹ ਉਸ ਸੰਬੰਧਿਤ ULB ਨੂੰ ਫਾਈਨ ਵੀ ਲਗਾ ਸਕਦੀ ਹੈ ਔਰ ਕੁਝ ਕੰਮਾਂ ਨੂੰ ਯਕੀਨੀ ਬਣਾਉਣ ਵਾਸਤੇ ਕਿ ਉਹ ਸਮੇਂ ਸਿਰ ਪੂਰੇ ਹੋ ਜਾਣ, ਮੋਨੀਟਰਿੰਗ ਕਮੇਟੀ ਨੇ ਬੈਂਕ ਗਰੰਟੀਜ਼ ਵੀ ਲਿੱਤੀਆਂ ਹੈਗੀਆਂ ਇਹਨਾਂ ਕਾਰਪੋਰੇਸ਼ਨ ਔਰ ਕਮੇਟੀਆਂ ਤੋਂ ਕਿ ਇਹ ਕੰਮ ਆਪਣਾ ਸਮੇਂ ਸਿਰ ਜਿਹੜਾ ਹੈ ਮੁਕੰਮਲ ਕਰ ਲੈਣ। ਸੋ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਦੇ ਹਾਂ ਏਅਰ ਪੋਲਿਊਸ਼ਨ ਦੀ, ਸੋ ਏਅਰ ਪੋਲਿਊਸ਼ਨ ਨੂੰ ਲੈ ਕੇ ਅਸੀਂ ਮੋਗੇ ਜ਼ਿਲ੍ਹੇ 'ਚ ਪਿੱਛੇ ਜੇ ਕਾਫੀ ਉਪਰਾਲੇ ਕੀਤੇ ਹਨ ਅਤੇ ਲੇਕਿਨ ਹਜੇ ਵੀ ਜਿਹੜਾ ਹੈ ਉਹ ਰਸਤਾ ਜਿਹੜਾ ਸਾਡਾ ਮੰਜ਼ਿਲ ਦੂਰ ਹੈਗੀ ਹੈ, ਜੇ ਰਸਤਾ ਲੰਬਾ ਹੈ। ਲੇਕਿਨ ਅਸੀਂ ਬੇਲਰ ਪਰਚੇਜ਼ ਕਰਨ ਜਾ ਰਹੇ ਹਾਂ ਔਰ ਜੇਕਰ ਅਸੀਂ ਬੇਲਰ ਪਰਚੇਜ਼ ਕਰਕੇ ਉਹ ਪਿੰਡਾਂ ਵਿੱਚ ਜਿਹੜੇ ਸਮੌਲ ਔਰ ਮਾਰਜਨਲ ਫਾਰਮਰਸ ਹੈ ਅਸੀਂ ਉਹਨਾਂ ਨੂੰ ਦਿਆਂਗੇ ਅਤੇ ਮੈਨੂੰ ਇਸ ਗੱਲ ਦੀ ਪੂਰਾ ਯਕੀਨ ਹੈ ਕਿ ਜਿਹੜੀ ਪਰਾਲੀ ਜਿਹੜੀ ਹੈ ਉਹਨੂੰ ਸਾਂਭਣ ਵਿੱਚ ਇਹ ਬਹੁਤ ਸਹਾਈ ਸਾਬਤ ਹੋਏਗਾ। ਪਰਾਲੀ ਦੀਆਂ ਜਿਹੜੀਆਂ ਹੈਗੀਆਂ ਉਹ ਗੰਢਾਂ ਬੰਨੀਆਂ ਜਾ ਸਕਦੀਆਂ
ਔਰ ਗੰਢਾਂ ਬੰਨਣ ਤੋਂ ਬਾਅਦ ਪਰਾਲੀ ਜਿਹੜੀ ਹੈ ਉਹਨੂੰ ਡਿਸਪੋਜ਼ ਆਫ ਕੀਤਾ ਜਾ ਸਕਦਾ ਹੈ। ਸੋ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ ਏਅਰ ਪੋਲਿਊਸ਼ਨ ਤੋਂ ਬਚਣ ਦਾ। ਸੋ ਏਅਰ ਪੋਲਿਊਸ਼ਨ ਤੋਂ ਬਚਣਾ ਬਹੁਤ ਜ਼ਰੂਰੀ ਹੈ, ਨੋਇਜ਼ ਪੋਲਿਊਸ਼ਨ ਤੋਂ ਬਚਣਾ ਬੜਾ ਜ਼ਰੂਰੀ ਹੈ, ਵਾਟਰ ਪੋਲਿਊਸ਼ਨ ਤੋਂ ਬਚਣਾ ਬਹੁਤ ਜ਼ਰੂਰੀ ਹੈ। ਮੋਗਾ ਜ਼ਿਲ੍ਹਾ ਜਿਹੜਾ ਹੈ ਆਪਣਾ, ਉਹਦਾ ਵਾਟਰ ਟੇਬਲ ਬਹੁਤ ਥੱਲੇ ਜਾ ਚੁੱਕਿਆ ਹੈ ਔਰ ਹੁਣ ਜ਼ਰੂਰਤ ਹੈ ਕਿ ਆਪਾਂ ਗਰਾਊਂਡ ਦਾ ਜਿਹੜਾ ਵਾਟਰ ਹੈ, ਜ਼ਮੀਨ ਦਾ ਪਾਣੀ ਜਿਹੜਾ ਹੈ ਉਹ ਨਾ ਕੱਢੀਏ। ਆਪਾਂ ਜੇਕਰ ਪਾਣੀ ਦੀ ਵਰਤੋਂ ਕਰਨੀ ਹੈ ਤਾਂ ਆਪਾਂ ਕਨਾਲ ਵਾਟਰ ਦੀ ਵਰਤੋਂ ਕਰੀਏ। ਕਨਾਲ ਵਾਟਰ ਦੀ ਜੇ ਮੈਂ ਗੱਲ ਕਰਦਾ ਹਾਂ ਤੇ ਦਸੰਬਰ ਮਹੀਨੇ ਵਿੱਚ ਦੌਦਰ ਪ੍ਰੋਜੈਕਟ, ਜਿੱਥੇ ਕਿ ਕਨਾਲ ਜਿਹੜਾ ਅਬੋਹਰ ਬ੍ਰਾਂਚ ਕਨਾਲ ਜਿਹੜੀ ਹੈ ਉੱਥੋਂ ਪਾਣੀ ਚੱਕ ਕੇ ਤੇ ਉਹ 85 ਪਿੰਡਾਂ ਨੂੰ ਜਿਹੜੀ ਉਹ ਵਾਟਰ ਸਪਲਾਈ ਸਕੀਮ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ। ਉਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੈ ਫਾਇਦਾ ਪਹੁੰਚੂਗਾ ਔਰ ਜਿਹੜਾ ਉਸ ਹਲਕੇ ਦਾ ਜਿਹੜਾ ਪਾਣੀ ਹੈ ਨਿਹਾਲ ਸਿੰਘ ਵਾਲਾ ਔਰ ਬਾਗੇ ਪੁਰਾਣੇ ਪਿੰਡਾਂ ਦਾ, ਉਹ ਜਿਹੜਾ ਕਿ ਹੁਣ ਪੀਣ ਲਾਇਕ ਨਹੀਂ ਰਿਹਾ, ਕਿਉਂਕਿ ਉਹਦੇ ਵਿੱਚ ਕਈ ਜ਼ਹਿਰੀਲੇ ਜਿਹੜੇ ਹੈ ਉਹ ਮਿਨਰਲਸ ਔਰ ਐਲੀਮੈਂਟਸ ਨੇ, ਜਿਵੇਂ ਕਿ ਆਰਸੈਨਿਕ, ਯੂਰੇਨੀਅਮ ਵਗੈਰਾ। ਸੋ ਉਹ ਪਾਣੀ ਜਿਹੜਾ ਪੀਣ ਦੇ ਲਾਇਕ ਨਹੀਂ ਹੈ। ਲੇਕਿਨ ਜੇ ਆਪਾਂ ਇਹ ਕਨਾਲ ਵਾਟਰ ਟਰੀਟ ਕਰਕੇ ਜਿਹੜਾ ਕਿ ਹੁਣ ਸਪਲਾਈ ਕੀਤਾ ਜਾਏਗਾ, ਇਹ ਕਨਾਲ ਵਾਟਰ ਇਹ ਸਭ ਤੋਂ ਉੱਤਮ ਕੁਆਲਿਟੀ ਦਾ ਜਿਹੜਾ ਪਾਣੀ ਹੁੰਦਾ ਹੈਗਾ, ਇਹ ਉੱਤੋਂ ਪਹਾੜ ਤੋਂ ਆਉਂਦਾ ਹੈਗਾ। ਸੋ ਇਹ ਇੱਕ ਬਹੁਤ ਹੀ ਅਹਿਮ, ਬਹੁਤ ਵਧੀਆ ਪ੍ਰੋਜੈਕਟ ਹੈ ਔਰ ਮੈਨੂੰ ਆਸ ਹੈ ਵੀ ਇਹ ਬਹੁਤ ਅੱਛੇ ਢੰਗ ਨਾਲ ਜਿਹੜਾ ਹੈ ਪ੍ਰੋਜੈਕਟ ਐਗਜ਼ੀਕਿਊਟ ਹੋ ਜਾਏਗਾ ਔਰ ਜਦੋਂ ਇਹ ਫੰਕਸ਼ਨਲ ਹੋਏਗਾ ਇਹਦਾ ਬਹੁਤ ਫਾਇਦਾ ਪਹੁੰਚੇਗਾ ਇਸ ਇਲਾਕੇ ਦੇ ਲੋਕਾਂ ਨੂੰ। ਸੋ ਇੰਨਾ ਕਹਿੰਦਾ ਹੋਇਆ ਮੈਂ ਅੱਜ ਆਪਣਾ ਜਿਹੜਾ ਹੈ ਤੁਹਾਡੇ ਨਾਲ ਅਸੀਂ ਐਕਸਪੀਰੀਅੰਸ ਸ਼ੇਅਰ ਕੀਤਾ ਔਨ ਵੇਸਟ ਮੈਨੇਜਮੈਂਟ। ਇਹ ਮੈਂ ਆਪਣਾ ਜਿਹੜਾ ਹੈ ਇਹ ਬਰੀਫਿੰਗ ਇੱਥੇ ਖਤਮ ਕਰਦਾ ਹਾਂ। ਇਹਦੇ ਤੋਂ ਇਲਾਵਾ ਜੇ ਕਿਸੇ ਦੇ ਕੋਈ ਸਵਾਲ ਹਨ ਤੇ ਸ਼ਸ਼ੀ ਅਗਰਵਾਲ ਜੀ ਦਾ ਸਵਾਲ ਹੈ, ਪਲੀਜ਼ ਓਪਨ ਦਾ ਕੰਜ਼ਿਊਮਰ ਕੋਰਟ, ਸੋ ਮੈਨੀ ਕੇਸਿਸ ਆਰ ਪੈਂਡਿੰਗ। ਸ਼ਸ਼ੀ ਜੀ, ਤੁਹਾਡੀ ਜਿਹੜੀ ਇਹ ਰਿਕੁਐਸਟ ਹੈ ਅਸੀਂ ਕੰਸਰਨਡ ਕੁਆਟਰ ਤੱਕ ਪਹੁੰਚਦੇ ਕਰ ਦਾਂਗੇ, ਜਿਹੜੇ ਪ੍ਰੈਜ਼ੀਡੈਂਟ ਨੇ ਡਿਸਟ੍ਰਿਕਟ ਫੋਰਮ ਦੇ ਉਹਨਾਂ ਤੱਕ ਪਹੁੰਚਦੀ ਕਰ ਦਾਂਗੇ। ਪ੍ਰਥਮ ਬਾਂਸਲ ਜੀ ਦਾ ਕਹਿਣਾ ਹੈ ਗਾਂਧੀ ਰੋਡ ਔਰ ਆਨੰਦ ਨਗਰ ਦੀਆਂ ਸੜਕਾਂ ਦਾ ਬਹੁਤ ਮਾੜਾ ਹਾਲ ਹੈ, ਠੀਕ ਕਰਵਾ ਦਿਓ ਜੀ। ਪ੍ਰਥਮ ਜੀ ਬਸ ਥੋੜ੍ਹਾ ਜਿਹਾ ਟਾਈਮ ਹੀ ਹੋਰ ਹੈ, ਇਹ ਸੜਕਾਂ ਦੋਹੇ ਜਿਹੜੀਆਂ ਹੈ ਇਹ ਜਲਦੀ ਹੀ ਠੀਕ ਹੋ ਜਾਣਗੀਆਂ। ਸੋ ਮੈਨੂੰ ਲੱਗਦਾ ਹੈ ਕਿ ਅੱਜ ਦੀ ਸਟਾਕ 'ਤੇ ਮਤਲਬ ਇੰਨੇ ਹੀ ਸਵਾਲ ਸੀਗੇ। ਸੋ ਜਿਹੜੇ ਸਾਡੇ ਨਾਲ ਵਿਊਅਰਸ ਆ ਜੁੜੇ ਹੋਏ ਨੇ, ਮੈਂ ਉਹਨਾਂ ਨੂੰ ਇਹ ਅਪੀਲ ਕਰਾਂਗਾ ਕਿ ਬਾਕੀ ਵੀ ਜਿੰਨੇ ਉਹਨਾਂ ਦੇ ਕੋਈ ਦੋਸਤ ਔਰ ਮਿੱਤਰ ਨੇ ਔਰ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ, ਗੁਆਂਢੀ ਨੇ, ਉਹਨਾਂ ਨੂੰ ਕਹੋ ਵੀ ਸਾਡੇ ਨਾਲ ਫੇਸਬੁੱਕ ਲਾਈਵ 'ਤੇ ਜ਼ਰੂਰ ਜੁੜਨ। ਸਾਨੂੰ ਇੱਕ ਵਾਰੀ ਫੀਡਬੈਕ ਜਦੋਂ ਮਿਲਦੀ ਹੈ ਅਤੇ ਸਾਨੂੰ ਰਿਐਲਿਟੀ ਨਾਲ ਜਿਹੜਾ ਹੈ ਉਹ ਅਸੀਂ ਵਾਕਫ ਹੋ ਜਾਂਦੇ ਹਾਂ। ਅਦਰਵਾਈਜ਼ ਕਈ ਵਾਰੀ ਐਂ ਲੱਗਦਾ ਹੈਗਾ ਵੀ ਸਭ ਕੁਝ ਠੀਕ ਚੱਲ ਰਿਹਾ ਹੈ। ਸੋ ਸਭ ਕੁਝ ਠੀਕ ਨਹੀਂ ਹੁੰਦਾ। ਉਹ ਤੁਸੀਂ ਐਜ਼ ਰਿਸਪੋਂਸੀਬਲ ਸਿਟੀਜ਼ਨਸ ਜਦੋਂ ਉਹਨੂੰ ਪੁਆਇੰਟ ਆਊਟ ਕਰੋਗੇ ਅਤੇ ਅਸੀਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਇੰਨਾ ਕਹਿੰਦਾ ਹੋਇਆ ਮੈਂ ਤੁਹਾਡੇ ਸਾਰਿਆਂ ਤੋਂ ਅਲਵਿਦਾ ਕਹਿੰਦਾ ਹੈ ਔਰ ਅਗਲੇ ਬੁੱਧਵਾਰ ਫੇਰ ਆਪਾਂ ਕਿਸੇ ਹੋਰ ਵਿਸ਼ੇ 'ਤੇ ਲੈ ਕੇ ਤੁਹਾਡੇ ਨਾਲ ਕੁਝ ਹੋਰ ਜਿਹੜੀਆਂ ਗੱਲਾਂ ਇਹ ਸਾਂਝੀਆਂ ਕਰਾਂਗੇ। ਸੋ ਥੈਂਕ ਯੂ ਸੋ ਮਚ। ਸ਼ਬਾ ਖੈਰ।